परम सत्कारयोग दोस्तों मित्रों, ਆਪਾਂ ਕਾਫੀ ਦਿਨਾਂ ਤੋਂ ਗੁਰੂ ਪ੍ਰਤੀ ਵਿਚਾਰ ਕਰਦੇ ਆ ਰਹੇ ਹਾਂ ਔਰ ਮੇਰੀ ਇਹ ਵੀ ਬੇਨਤੀ ਹੈ ਕਿ ਮੈਂ ਇਹ ਨਾ ਸੋਚੋ ਕਿ ਮੈਂ ਕੋਈ ਬਹੁਤਾ ਗਿਆਨੀ ਹੈ ਜਾਂ ਕੋਈ ਬਹੁਤਾ ਸਿਆਣਾ। ਸਾਰਿਆਂ 'ਚ ਸਿਆਣਾ ਹੀ ਉਹ ਪਰਮੇਸ਼ਵਰ ਹੀ ਸਿਆਣਾ ਹੈ, ਉਸ ਤੋਂ ਬਗੈਰ ਹੋਰ ਕੋਈ ਸਿਆਣਾ ਨਹੀਂ। ਕਿਉਂਕਿ ਇਹ ਸਰੀਰ ਪੰਜ ਤੱਤਾਂ ਦਾ ਸਰੀਰ ਹੈ, ਇਹ ਮਿੱਟੀ ਦੀ ਨਹੀਂ ਹੈ। ਆਪਾਂ ਇਸ ਸਰੀਰ ਦੇ ਅੰਦਰ, ਇਸ ਮਨੁੱਖਾ ਜਨਮ ਦੇ ਅੰਦਰ ਸਿਰਫ ਜਨਮ ਮਰਨ ਖਤਮ ਕਰਨ ਵਾਸਤੇ ਆਏ ਆ। ਜਨਮ ਮਰਨ ਖਤਮ ਕਰਨ ਵਾਸਤੇ ਆਏ ਆ। ਤਦ ਤੱਕ ਸਾਡਾ ਉਹ ਮਕਸਦ ਪੂਰਾ ਨਹੀਂ ਹੋ ਜਾਂਦਾ, ਤਦ ਤੱਕ ਸਾਨੂੰ ਉਸ ਦੀ ਕੰਮ ਵਿੱਚ, ਉਸ ਦੀ ਮਿਹਨਤ ਮਸ਼ੱਕਤ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਅਸੀਂ ਮੁਕਤ ਔਰ ਮੋਕਸ਼ ਜਿਉਂਦੇ ਜੀ ਪ੍ਰਾਪਤ ਕਰ ਲਈਏ। ਸਭ ਤੋਂ ਵੱਡਾ ਮਨੁੱਖ ਜਨਮ ਦਾ ਇਹੀ ਲਾਹਾ ਹੈ ਕਿ ਆਪਾਂ ਜਿਉਂਦੇ ਜੀ ਹੀ ਪਾਰ ਹੋ ਜਾਈਏ ਭਵ ਸਾਗਰ। ਭਵ ਸਾਗਰ ਤੋਂ ਪਾਰ ਹੋਣਾ ਸਾਡੇ ਇਨਸਾਨ ਜਨਮ ਦਾ ਇੱਕ ਪ੍ਰਯੋਜਨ, ਇੱਕ ਆਦੇਸ਼ ਹੈ। ਔਰ ਇਹੀ ਪਰਮੇਸ਼ਰ ਵੀ ਚਾਹੁੰਦਾ ਹੈ ਕਿ ਇਹ ਇੱਥੋਂ ਪਾਰ ਹੋ ਕੇ ਨਿਜ ਘਰ 'ਚ ਆ ਜਾਏ, ਆਪਣੇ ਲੋਕ 'ਚ ਆ ਜਾਏ, ਵਾਪਸ ਇਹ ਆ ਜਾਏ। ਜਹਾਂ ਕਾ ਜੀਵ ਤਹਾਂ ਪਹੁੰਚਾਵੇ, ਜਿੱਥੇ ਕਾ ਜੀਵ ਹੈ ਉੱਥੇ ਹੀ ਪਹੁੰਚ ਜਾਏ। ਔਰ ਉਹ ਕੌਣ ਹੈ? ਪੂਰਾ ਗੁਰੂ ਸੋਈ ਕਹਾਏ। ਪੂਰਾ ਗੁਰੂ ਕੌਣ ਹੈ? ਉਹ ਸਾਡੇ ਅੰਦਰ ਬਿਰਾਜਮਾਨ ਹੈ, ਸਾਡੇ ਵਿੱਚ ਬਿਰਾਜ ਹੈ। ਉਹੀ ਪੂਰਾ ਗੁਰੂ ਕਹਾਉਣ ਦਾ ਹੱਕਦਾਰ ਹੈ ਜੋ ਸਾਡੇ ਅੰਤਰ ਬਿਰਾਜਮਾਨ ਹੈ, ਜਿਹੜਾ ਸਾਨੂੰ ਗਿਆਨ ਦਿੰਦਾ ਹੈ, ਜਿਹੜਾ ਸਾਡੇ ਸਰੀਰ ਦੀ ਪਰਵਰਿਸ਼ ਕਰ ਰਿਹਾ। ਦੇਖੋ, ਸਰੀਰ ਦੇ ਅੰਦਰ ਬਲੱਡ ਕੌਣ ਬਣਾ ਰਿਹਾ? ਠੀਕ ਹੈ, ਅਸੀਂ ਹੱਥਾਂ ਨਾਲ ਕੋਈ ਚੀਜ਼ ਫੜ ਸਕਦੇ ਹਾਂ, ਅੱਖਾਂ ਨਾਲ ਦੇ ਸਕਦੇ ਹਾਂ, ਮੂੰਹ ਨਾਲ ਫੜ ਸਕਦੇ ਹਾਂ, ਪਰ ਅਸੀਂ ਸਾਹ ਲੈ ਸਕਦੇ ਹਾਂ ਆਪਣੇ ਆਪ? ਆਪਣੇ ਆਪ ਸਾਹ ਲੈ ਸਕਦੇ ਹਾਂ? ਖਾ ਤਾਂ ਅਸੀਂ ਸਕਦੇ ਹਾਂ, ਰੋਟੀ ਤਾਂ ਖਾ ਸਕਦੇ ਹਾਂ, ਪਰ ਉਹਨੂੰ ਪਚਾ ਅਸੀਂ ਨਹੀਂ ਸਕਦੇ। ਕੌਣ ਪਚਾ ਰਿਹਾ? ਉਹ ਹਰੀ ਪਚਾ ਰਿਹਾ। ਇਸੀ ਕਰਕੇ ਕਿਹਾ ਹਰ ਜੀ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਏ। ਉਹ ਹਰੀ ਹੋਈ ਹੈ ਜਿਹੜਾ ਸਾਰੇ ਕੰਮ ਕਰਤੱਵ ਕਰ ਰਿਹਾ। ਆਪਾਂ ਉਸ ਹਰੀ ਨਾਲ ਜੁੜਨਾ ਹੈ। ਇਹ ਨਹੀਂ ਕਿ ਆਪਾਂ ਕਿਸੇ ਦੀ ਨਿੰਦਿਆ, ਚੁਗਲੀ, ਆਲੋਚਨਾ ਕਰਨੀ ਹੈ। ਹਾਂ, ਅਗਰ ਕੋਈ ਸੱਚੇ ਗਿਆਨ ਨੂੰ ਨੀਚੇ ਛੁਪਾਏ, ਸੱਚੇ ਗਿਆਨ ਨੂੰ ਛੁਪਾ ਕੇ ਔਰ ਝੂਠ ਗਿਆਨ ਨੂੰ ਉੱਪਰ ਲਿਆਏ, ਉਹ ਨਿੰਦਾ ਦਾ ਪਾਤਰ ਹੈ। ਉਹ ਹਰਾਮਖੋਰ, ਉਸ ਨੂੰ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਦੁਸ਼ਟ ਹਰਾਮਖੋਰ। ਉਹ ਚੋਰ ਹਰਾਮਖੋਰ ਹੈ ਕਿ ਉਹ ਜਾਣਦੇ ਹੋਏ ਵੀ ਸੱਚ ਨੂੰ ਸਮਝ ਨਹੀਂ ਸਕਦਾ, ਜਿਹੜਾ ਸੱਚ 'ਤੇ ਪੜਦਾ ਪਾਏ। ਇਹ ਬਾਣੀ ਜਿਹੜੀ ਹੈ ਉਹਨਾਂ ਪੁਰਸ਼ਾਂ ਕੀ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਕਦੇ ਗੁਰੂ ਨਹੀਂ ਕਹਾਇਆ, ਦਾਸ ਕਹਾਇਆ। ਦਾਸ ਰਾਮਾ ਹਮ ਦਾਸਨ ਦਾਸ ਕਰੀਜੈ। हे प्रभु, मुझे अपने दासा का दास बना ले। ਜਿਹੜੇ ਤੇਰੇ ਦਾਸ ਆ ਉਹਨਾਂ का भी दास। ਭਗਤ ਵੀ ਕਿੱਥੇ ਨਹੀਂ ਲਿਖਿਆ ਆਪਣੇ ਆਪ ਨੂੰ ਕਿਸੇ ਵੀ। ਆਪ ਕਬੀਰ ਸਾਹਿਬ ਨੂੰ ਲਓ, ਨਾਨਕ ਸਾਹਿਬ ਨੂੰ ਲਓ, ਰਵਿਦਾਸ ਸਾਹਿਬ ਨੂੰ ਲਓ, ਨਾਮਦੇਵ ਸਾਹਿਬ ਨੂੰ ਲਓ, ਧੰਨਾ ਜੀ ਨੂੰ ਲਓ, ਆਪਣੇ ਆਪ ਨੂੰ ਭਗਤ ਵੀ ਨਹੀਂ ਕਿਹਾ। ਗੁਰੂ ਤਾਂ ਦੂਰ ਕੀ ਗੱਲ ਹੈ, ਸੰਤ ਤਾਂ ਦੂਰ ਕੀ ਗੱਲ ਹੈ ਆਪਣੇ ਆਪ ਨੂੰ। ਪਰ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਕਹਾਇਆ, ਸੰਤ ਕਹਾਇਆ, ਉਹ ਦੇਖ ਲਓ ਫਿਰ ਉਹ ਤਾਂ ਕਹਿੰਦੇ ਮੇਰਾ ਚੇਲਾ ਬਣ ਜਾ, ਮੇਰਾ ਚੇਲਾ ਬਣ ਜਾ। ਔਰ ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਸੀ, ਗੁਰੂ ਪ੍ਰਗਟ ਸੀ, ਉਹਨਾਂ ਨੇ ਆਪਣੇ ਆਪ ਨੂੰ ਦਾਸ ਤੋਂ ਇਲਾਵਾ ਕੁਛ ਨਹੀਂ ਕਹਾਇਆ। 10ਵੇਂ ਪਾਤਸ਼ਾਹ ਵੀ ਕਹਿੰਦੇ ਨੇ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਜਗਤ ਤਮਾਸ਼ਾ ਦੇਖਣ ਆਇਆ, ਮੈਂ ਉਸਕਾ ਦਾਸ ਹੂੰ। ਕਿਤੇ ਵੀ ਨਹੀਂ ਲਿਖਿਆ ਗੁਰੂ। ਅਨੇਕਾਂ ਜਗ੍ਹਾ 'ਤੇ ਦਸਮ ਗ੍ਰੰਥ 'ਚ ਵੀ ਇਹ ਲਿਖਿਆ ਵਾ ਇਨਹੀ ਕੀ ਕਿਰਪਾ 'ਤੇ ਹਮ ਸਜੇ ਹੈ। ਵੀ ਉਸकी ਕਿਰਪਾ 'ਤੇ ਹਮ ਬਣੇ। ਨਹੀਂ, ਮੈਂ ਕਿਹਾ ਕੁਛ ਵੀ ਨਹੀਂ। ਆਪਣੇ ਆਪ ਨੂੰ ਕੀੜਾ ਕਿਰਮ ਕਿਹਾ। ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਆਪਣੀ ਬਾਣੀ 'ਚ
चौथी पातशाही, हम कीड़े किरम सतगुरु सरनाई। मैं कीड़ा किरम हाँ और सतगुरु की शरण के अंदर आ गया। करो दया नाम प्रकाश, भी मेरे अंदरों नाम प्रकाश कर दो। देखो उन्होंने पुरुषों ने किते भी नहीं लिखा, किते भी नहीं कहा कि मैं संत का मैं गुरु हाँ। आओ आप अज थोड़ा जा, वैसे तो सारी ही गुरबाणी पवित्र ज्ञान है। कई लोगों ने पवित्र ज्ञान लग करता तो मूल ज्ञान लग करता, बाणी नूं ही पवित्र ज्ञान कहता, बाणी नूं ही मूल ज्ञान कहता। ये भी मूर्खताई वाली गल है। मूल ज्ञान किसे लिखण दे विच नहीं आंदा, किसे बोलण च नहीं आंदा, किसे पढ़न च नहीं आंदा। मूल ज्ञान पढ़न लिखण बोलण च नहीं आंदा। मूल ज्ञान प्रगट हुंदा है, पर इन्हां ने तां अग्यानियां ने बाणी नूं ही मूल ज्ञान कहता। सो ये बाणी कितनी उच्ची सुच्ची है, पवित्र है। जाके मन गुर की प्रतीत, जिस मन के अंदर अंतर गुरु बैठा उसकी प्रतीत लिप जुड़ गई। तिस जन आवे हर प्रभचीत, क्योंकि गुरु भी अंदर है। जब गुरु प्रगट हो गया तो हरि नाल जोड़ देगा। जब गुरु प्रगट हो गया तो वह हरि नाल अंदर जोड़ देगा। भगत भगत सुनिए तह लोए, कहता ने भगतां ने भगत, भगत ने भगत ही कहाया नहीं, अंदर प्रगट होया। सुनिए तह लोए जाके हृदय एक होए, कहता जोड़ा भगती के अंदर भगत समा गया, कहता उसके हृदय के अंदर एक हो गए। वो दो सी ना, एक बाहर संसार अंदर फैलिया होया ते एक अंदर बैठा सी, जाके उस दे नाल एक हो गए। जब अंदर गया तो एक हो गया। जाके हृदय एक होए, हृदय के अंदर कहा सच करनी सच ताकी रहत, कहते फिर उसके क्या है, जिसके अंदर प्रगट हो गया उसकी सच करनी। वो सच्चे बोलता हर वक्त, हर वक्त उस अंतर वाले गुरु दी, हरि दी, सतगुरु दी महिमा ही गांदा, सच कहता वो हर वक्त। उस सच की कथा करता है। ये बाहर वाली कथा नहीं करता, एक दूजे की निंदा करनी, आलोचना करनी, वो ऐ कह रहा, वो ऐ कह रहा, वो नहीं करता। सच करनी सच ताकि रहत, उसकी रहत भी सच ही है। देखो दोबारे फिर कहता सच हृदय सत मुख कहत, उसका हृदय भी सच्चा हो गया और मुख ते भी सच्चा हो गया और सच ही कह रहा। वो झूठ नहीं कह रहा, वो सत्य ही कह रहा, क्योंकि सच तो पर जानी है जे हृदय सच्चा होए। सानू जेड़े बाहर वाले गुरु मिले, ढोंगी गुरु मिले, उन्होंने सानू सिर ते चढ़ा के बिठाता, कहता इत्थे हृदय है। मन का हृदय कहता शरीर का हृदय इत्थे है, मन का हृदय अखा पीछे है और आत्मा का हृदय सिर दे उत्ते है। अरे असी सारे ग्रंथ फोड़ ले, किते तीन हृदय की गल नहीं आई। इन्ने महा झूठे, इन्हों फिर परमात्मा ही सज़ा दे सकता, होर कौन दे सकता है। पल पल ते झूठ, पल पल ते ठगौरी, पल पल ते झूठ बोलिया, पल पल ते ठगी की। क्यों? भोले जीवां नूं फसाउण वास्ते। क्योंकि जिस जन को प्रभु दर्श प्यासा नानक ताके बल बल जासा। जिस जन को प्रभु दर्शन प्यास है, परमात्मा कह रहे मैं बल बल जाऊँ। ये उन्होंने ये लटेरे उन्होंने लुट रहे हैं, हरी के बच्चों। तो जिन्हों हरि के दर्शन की प्यास है, परमात्मा इस पर कुर्बान जाता, बलिहार जाता है। सच हृदय सत मुख कहत, सच्ची दृष्टि सच्चा आकार। जब प्रगट हो गया तो फिर सच्ची वो दृष्टि बन जाएगी। सारा कुछ सच ही है, इत्थे झूठ तो है ही नहीं। ये माया तो दूर हो जाएगा। जो दिसै सो सगल बनासा, जिहड़ा दिसदा इस तो दूर हो जाएगा, इस तो पासे हट जाएगा। सच वरतै सच्चा पसार, फिर ओद सच्चो वरतदा सच्चा ही सब पसारा। क्योंकि ये जग सच्चे की कोठड़ी, एक गुरबाणी कहती है ये जग सच्चे की है कोठड़ी। सच्चे का विश्वास, सच्चे का ही विश्वास है। पार ब्रह्म
ਜਿਨ ਸੱਚ ਕਰ ਜਾਤਾ ਹੈ। ਉਹ ਪਾਰ ਬ੍ਰਹਮ ਤੋਂ ਵੀ, ਬਰਮਾ ਤੋਂ ਵੀ, ਬ੍ਰਹਮ ਤੋਂ ਵੀ ਜਿਹੜਾ ਅਗਲਾ ਹੈ, ਪਾਰ ਬ੍ਰਹਮ। ਜਿਨ ਸੱਚ ਕਰ ਜਾਤਾ, ਜਿਨ੍ਹਾਂ ਨੇ ਸੱਚ ਕਰਕੇ ਜਾਣ ਲਿਆ। ਕਿੱਥੇ? ਬਾਹਰ ਨਹੀਂ, ਕੋਈ ਨੂਰੀ ਸਰੀਰ ਵਾਲਾ नहीं नहीं नहीं। जिन सच कर जाता, ਜਿਹੜਾ ਹਿਰਦੇ के अंदर है। और ਹਿਰਦੇ के अंदर, ਹਿਰਦਾ ਵੀ ਸਾਡਾ ਪੰਜ ਭੌਤਿਕ ਹੈ, ਪੰਜ ਤੱਤਾਂ ਦੇ ਸਰੀਰ ਦਾ ਬਣਿਆ। ਇਹ ਹਿਰਦਾ ਨਹੀਂ, ਹਿਰਦੇ ਦੇ ਅੰਦਰ ਉਸਨੇ ਆਪਣੇ ਕੰਟਰੋਲ ਸੁੱਚ ਸ਼ਕਤੀ ਦੇ ਰਿਹਾ, ਉਹ ਚਲਵਾ ਰਿਹਾ ਹੈ। ਉਹੀ ਪਰਮਾਤਮਾ ਸਭ ਜਗ੍ਹਾ 'ਤੇ ਵਸਦਾ ਹੈ, ਉਹੀ ਪਰਮਾਤਮਾ ਦੀ ਸਾਰਾ ਪਸਾਰਾ ਹੈ। ਜਿਸ ਤਰ੍ਹਾਂ ਇੱਕ ਦੇਸ਼ ਦੇ ਅੰਦਰ ਕਾਨੂੰਨ ਲਾਗੂ ਕਰਤਾ ਹੈ ਵੀ ਤੁਸੀਂ ਰੋਡ ਦੇ ਖੱਬੇ ਪਾਸੇ ਚੱਲਣਾ, ਤਾਂ ਉਹਦਾ ਕਾਨੂੰਨ ਹੈ, ਉਹ ਹੁਕਮ ਹੈ ਸਰਕਾਰ ਦਾ। ਇਸੇ ਤਰ੍ਹਾਂ ਉਸ ਪਰਮਾਤਮਾ ਦਾ ਹੁਕਮ ਹੈ, ਸਭ ਕੇ ਹਿਰਦੇ ਕੇ ਅੰਦਰ ਚੱਲ ਰਿਹਾ ਹੈ। ਕਈ ਮੈਨੂੰ ਬੇਨਤੀ ਕਹਿੰਦੇ ਨੇ ਕਿ ਫਿਰ ਹਿਰਦੇ ਦੇ ਅੰਦਰ ਬੈਠਿਆ ਤਾਂ ਹਿਰਦਾ ਤਾਂ ਨਾਸ ਹੋ ਜਾਏਗਾ, ਸਰੀਰ ਨਾਸ ਹੋ ਜਾਏਗਾ। ਮਿੱਤਰੋ, ਇਹ ਸਮਝਣ ਵਾਲੀ ਗੱਲ ਹੈ, ਇਹ ਸਮਝਣ ਵਾਲੀ ਗੱਲ ਹੈ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ। ਕਹਿੰਦਾ ਜਿੰਨੇ ਸੱਚ ਨੂੰ, ਉਸ ਨੂੰ ਸੱਚ ਕਰਕੇ ਜਾਣ ਲਿਆ, ਨਾਨਕ ਦੇਵ ਜੀ ਕਹਿੰਦੇ ਨੇ ਸੋ ਜਨ ਸੱਚ ਸਮਾਤਾ। ਕਹਿੰਦਾ ਸੱਚੇ ਅੰਦਰ ਸਮਾ ਗਏ ਹੋ, ਉਹ ਸੱਚੇ ਦੇ ਅੰਦਰ ਸਮਾ ਗਏ। ਆਪਾਂ ਸੱਚੇ ਦੇ ਅੰਦਰ ਸਮਾਣਾ ਹੈ, ਸੱਚਾ ਕਿਤੇ ਬਾਹਰ ਨਹੀਂ। क्योंकि ये जग सच्चे की कोठड़ी, सच्चे का विश्वास, वो परमात्मा इस दे अंदर ही रहिंदा है। जद तक वो रहिंदा तद तक साडा शरीर चलदा। जद वो शरीर दे विचों वो हरी अपनी शक्ति हटा लेगा, उस वेले ये शरीर दे हत्थ भी, पैर भी, लत्तां भी, अखां भी सारे हुंदियां, कोई काम नहीं करदी, बदबू मारदी है। पर वो जिहड़ा हरी है इहदे अंदर, वो हरा भरा रखदा है, वो हरा भरा रखदा, वो हरी है। नौ निध अमृत प्रभ का नाम, देही में इसका विश्राम। पर जेड़े मन दे पापी मायाधारी बंदे बाणी दे भी अर्थ दे निरर्थ करते हैं, बाणी नूं भी सच नहीं मनते, गुरां दी गुर की बाणी नूं भी सच नहीं मनते, उन्हां दा फिर लेखा रब ही जानदा की होएगा। क्योंकि लोकां नूं गुमराह करना। देखो हुण सारे ही भगत जिन्हां दीयां बाणीआं रचियां होईयां ने, सारिਆਂ ने कहा कि गुरु देह नहीं हुंदा, फिर भी आपां गुरु नूं देह मन्नांगे, देह कहांगे, फिर तां आपां सारी बाणी कट्टती। जद उन्हां पुरुषां ने, उन्हां गुरुआं ने, जिन्हों आपां गुरु कहंदे आ, जिन्हां दी बाणी है, उन्हां ने अपने शरीर नूं भी देह नहीं मन्निया। उन्हां ने कहा ये तां कपड़ा है, इस शरीर नूं कपड़ा कहा। ਹੁਣ ਆਪਾਂ ਕੱਪੜੇ ਨੂੰ ਗੁਰੂ ਨਹੀਂ ਮੰਨ ਸਕਦੇ। ਇਹ ਜਿਹੜਾ ਪੰਜ ਤੱਤਾਂ ਦਾ ਸਰੀਰ ਹੈ, ਇਹਨੂੰ ਕੱਪੜਾ ਕਿਹਾ, ਚੋਲਾ ਕਿਹਾ ਵੀ ਫਲਾਣੇ ਬਈ ਚੋਲਾ ਛੱਡ ਗਏ। ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਨੇ ਕਰਮੀ ਆਵੇ ਕੱਪੜਾ। ਕਰਮੀ, ਕਰਮਾਂ ਨਾਲ ਇਨਸਾਨ ਦਾ, ਕੁੱਤੇ ਦਾ, ਬੈਲ ਦਾ ਸਰੀਰ ਮਿਲਦਾ। ਅੱਗੇ ਕਹਿੰਦੇ ਨੇ ਜੇ ਨਦਰ ਉਹਦੀ ਹੋ ਜੇ, ਨਦਰੀ ਮੋਖ ਦਵਾਰ। फिर नदर हो जाए तो मोक्ति द्वार मिलता, मोक्ष द्वार मिलता है। सो दोस्तों, पहली गल तो यह है कि गुरु देहधारी नहीं हुंदा, गुरु साडे सब दे अंदर विराजमान है। गुरु सब नूं देखदा। गुर परमेश्वर एको जान, गुर करता गुर करने जोग, गुर परमेश्वर है भी होग। तीन लोक नौ खंड में गुर से बड़ा ना कोय, करता करे ना कर सके, गुरु करे सो होए। वो गुरु साडे सब दे अंदर विराजमान है। सब घट मेरा साइयां, वो हिरदा घट है। शरीर दे उपर जिहड़ा सेंटर च है, उत्थे घट नहीं है, वो कपाल है, वो तालवा है। उत्थे जोगी सन्यासी साधना करते हैं, उत्थे ध्यान लगाते हैं, सहजयोग करते हैं। पूरा गुरु ग्रंथ साहब पढ़ो, इन्हां च कित्थे सहज समाधि का ध्यान वो नहीं हैगा, योगियां वास्ते वरत्या गया। उन्होंने कहा सहज होना, तो सहज होने बारे उन्होंने गल की है। सो आपां ने सहज होना है, तो सहज होके उस सहजे नूं पाना है जिहड़ा परमात्मा एक रस वरतदा है। वो परमेश्वर एक रस वरतदा, उहदे नाल मिलना है।
जद आपां हुण ਬੱਦਲ ਪਾਣੀ ਹੈ, ਪਾਣੀ ਫਿਰ ਨਦੀ 'ਚ ਜਾਏਗੀ, ਨਦੀ ਤੇ ਫਿਰ ਸਾਗਰ 'ਚ ਮਿਲੇਗਾ। ਆਪਾਂ ਹੁਣ ਨਦੀ ਰੂਪੀ ਆ, ਆਪਾਂ ਨੇ ਸਾਗਰ ਦੇ ਅੰਦਰ ਮਿਲਣਾ। ਉਹ ਪਰਮੇਸ਼ਰ ਰੂਪੀ ਸਾਗਰ ਹੈ, ਸਾਗਰ ਦੇ ਅੰਦਰ ਜਾਣਾ ਹੈ। ਸੋ ਦੋਸਤੋ ਮਿੱਤਰੋ, ਮੈਂ ਆਪ ਜੀ ਦਾ ਕੋਈ ਦੁਸ਼ਮਣ ਨਹੀਂ ਔਰ ਮੈਂ ਕਿਸੇ ਦਾ ਵਿਰੋਧੀ ਵੀ ਨਹੀਂ, ਪਰ ਜਦ ਇਸ ਦਾਸ ਨੂੰ ਸੱਚਾਈ ਦਾ ਪਤਾ ਲੱਗ ਗਿਆ, ਕਿਉਂਕਿ ਮੇਰੇ ਜਿੰਨੇ ਤਾਂ ਗੁਰੂ ਕਿਸੇ ਨੇ ਨਹੀਂ ਬਣਾਏ ਹੋਣੇ, ਮੈਂ ਦੇਹ ਵਾਲੇ ਗੁਰੂ ਬਹੁਤ ਬਣਾਏ, ਅੱਜ ਤੱਕ ਕਿਸੇ ਨੇ ਵੀ ਮੈਨੂੰ ਪਰਮੇਸ਼ਰ ਨਾਲ ਨਹੀਂ ਮਿਲਾਇਆ। ਜਦੋਂ ਮੈਂ ਇੱਥੋਂ ਹਟਿਆ ਕਿਸੇ ਵੀ ਗੁਰੂ ਕੋਲ, ਉਹਨੇ ਇਹੀ ਕਿਹਾ ਹਾਲੇ ਤਾਂ ਮੈਂ ਹੋਰ ਗਿਆਨ ਦੇਣਾ ਸੀ, ਵੀ ਹੁਣ ਤੱਕ ਤੂੰ ਕੀ ਕਰਦਾ ਰਿਹਾ ਬਾਈ, ਹੁਣ ਤੱਕ ਕਿਉਂ ਨਹੀਂ ਦਿਆ? ਜੇ ਤੇਰੇ ਕੋਲ ਗਿਆਨ ਹੋਏਗਾ ਤਾਂ ਹੀ ਤਾਂ ਦੇਗਾ। ਗਿਆਨ ਤਾਂ ਅੰਦਰ ਵਾਲੇ ਗੁਰੂ ਕੋਲ ਹੈ, ਉਹ ਅੰਦਰ ਬੈਠਾ ਲੈ ਕੇ। ਇਹ ਬਾਹਰ ਤੇ ਝੂਠ ਬੋਲੀ ਜਾ ਰਿਹਾ, ਬਕਾਰੀ ਇਨਸਾਨ, ਬਕਾਰੀ ਇਹ ਝੂਠ ਬੋਲੀ ਜਾ, ਹਾਲੇ ਤਾਂ ਮੈਂ ਗਿਆਨ ਦੇਣਾ ਸੀ। ਬਈ ਤੇਰੇ ਕੋਲ ਗਿਆਨ ਹੋ ਹੀ ਨਹੀਂ ਸਕਦਾ, ਦੇਹ ਕੋਲ ਗਿਆਨ ਹੋ ਹੀ ਨਹੀਂ ਸਕਦਾ। ਗਿਆਨ ਤਾਂ ਹਰ ਇੱਕ ਦਾ ਗਿਆਨ, ਹਰ ਇੱਕ ਦਾ ਗੁਰੂ, ਹਰ ਇੱਕ ਦਾ ਸਤਿਗੁਰੂ ਪਰਮੇਸ਼ਰ ਸਭ ਦੇ ਅੰਦਰ ਬੈਠਾ ਹੈ। ਉਹ ਬਾਹਰ ਨਹੀਂ, ਸਰੀਰੋਂ ਬਾਹਰ। ਦੇਖੋ ਠੋਕ ਵਜਾ ਕੇ ਲਿਖਿਆ ਅਮਰਦਾਸ ਜੀ ਨੇ, ਸਰੀਰੋਂ ਬਾਹਰ ਭਾਲਣ ਕੋਈ ਜਾਏ, ਕਹਿੰਦੇ ਨਾਮ ਨਾ ਲਏ ਬਹੁਤ ਬਗਾਰ ਦੁੱਖ ਪਾਏ। ਹਰੀ ਮੰਦਰ ਇਹ ਸਰੀਰ ਹੈ, ਓਏ ਹੋਏ, ਹਰੀ ਮੰਦਰ, ਕਹਿੰਦਾ ਹਰੀ ਦਾ ਮੰਦਰ ਇਹ ਸਰੀਰ ਹੈ। ਤੇ ਅੱਗੇ ਕਹਿੰਦੇ ਨੇ ਗਿਆਨ ਜਿਹੜਾ ਰਤਨ ਹੀਰੇ ਰੂਪੀ ਜਵਾਹਰ ਰੂਪੀ ਗਿਆਨ ਪ੍ਰਗਟ ਹੋਏ, ਕਹਿੰਦਾ ਉਹ ਅੰਦਰੋਂ ਪ੍ਰਗਟ ਹੋਏਗਾ। ਜਦੋਂ ਆਪਾਂ ਖੇਤ ਦੇ ਅੰਦਰ ਫਸਲ ਬੀਜਾਂਗੇ ਨਾ, ਖੇਤ ਦੀ ਫਸਲ ਦੇ ਵਿੱਚੋਂ ਸਾਨੂੰ, ਖੇਤ ਵਿੱਚੋਂ ਬੀਜ ਉਪਜ ਕੇ ਸਾਨੂੰ ਫਲ ਦੇਗਾ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਰੂਪੀ ਹੈ ਉਹ ਸਾਡੇ ਹਿਰਦੇ ਅੰਦਰ ਪ੍ਰਗਟ ਹੋਏਗਾ। ਦੇਖੋ ਇੱਥੇ ਵੀ ਲਿਖਿਆ ਸੱਚ ਹਿਰਦੈ, ਸੱਚ ਹਿਰਦੈ ਸਤਮੁਖ ਕਹਿਤ, ਕਹਿੰਦਾ ਜਿਸਕੇ ਹਿਰਦੇ ਕੇ ਅੰਦਰ ਸੱਚ ਹੈ ਨਾ, ਉਹ ਮੁਖ ਤੇ ਸਤ ਕਹੇਗਾ, ਸਤ। ਫਿਰ ਇੱਥੇ ਵੀ ਲਿਖਿਆ ਇਸ ਤੋਂ ਉੱਪਰ ਹੀ ਲਾਈਨ, ਜਾ ਕੇ ਹਿਰਦੈ ਇੱਕੋ ਹੋਏ, ਜਿਸਕੇ ਹਿਰਦੇ ਅੰਦਰ ਇੱਕ ਹੋ ਗਿਆ। ਹੁਣ ਆਪਾਂ ਦੋਏ ਆ, ਦੋ ਬਸ ਗਏ, ਦੋ ਹੋ ਗਏ। ਏਕ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ। ਇੱਕ ਪਰਮੇਸ਼ਰ ਨੂੰ ਛੱਡ ਕੇ ਆਪਾਂ ਦੂਜੇ ਬਣ ਗਏ ਸੀ, ਸੰਸਾਰ ਦੇ ਅੰਦਰ ਭਰਮੇ ਹੋਏ ਆ। ਏਕ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਇੱਕ ਛੋੜ ਕੇ ਆਪਾਂ ਦੂਜੇ ਨਾਲ ਲੱਗ ਗਏ ਤਾਂ ਡੁੱਬ ਗਏ। ਇੱਥੇ ਕਹਿ ਰਹੇ ਨੇ ਜਾ ਕੇ ਹਿਰਦੇ ਏਕੋ ਹੋਏ, ਜਿਸਕਾ ਹਿਰਦੇ ਦੇ ਅੰਦਰ ਜਾ ਕੇ ਇੱਕ ਹੋ ਗਿਆ। ਮਨ ਬਾਹਰ ਤੋਂ ਮੁੜ ਕੇ ਅੰਤਰਮੁਖੀ ਮੁੜ ਕੇ ਉਸ ਇੱਕ ਦੇ ਅੰਦਰ ਜਾ ਕੇ ਦੋ ਬਣ ਗਏ ਸੀ ਨਾ, ਇੱਕ ਮਨ ਹੋ ਗਿਆ ਸੀ। ਮਨ ਬੁੱਧੀ ਚਿੱਤ ਨੇ ਬਾਹਰ ਦੇ ਫੈਲ ਗਏ, ਅਤੇ ਜਦ ਅੰਦਰ ਜਾ ਕੇ ਹਿਰਦੇ ਦੇ ਅੰਦਰ ਬੈਠਿਆ ਹਰੀ ਉਹਦੇ ਨਾਲ ਮਿਲੇਗਾ। ਅਤੇ ਹਰ ਕਾ ਸੇਵਕ ਫਿਰ ਹਰ ਹੀ ਜਿਹਾ, ਕਿ ਜਿਹੜਾ ਮਨ ਬਾਹਰ ਭਟਕ ਰਿਹਾ ਸੀ ਅੰਦਰ ਜਾ ਕੇ ਮਿਲੇਗਾ ਉਹਦੇ ਨਾਲ। ਅਤੇ ਹਰ ਕਾ ਸੇਵਕ ਹਰ ਹੀ ਜਿਹਾ, ਕਹਿੰਦਾ ਫਿਰ ਭੇਦ ਨਾ ਜਾਣੋ ਮਾਨਸ ਦੇਹਾ, ਕਹਿੰਦਾ ਫਿਰ ਉਹ ਦੇਹ ਨੂੰ ਨਹੀਂ ਸਮਝਦਾ, ਕਿਉਂਕਿ ਦੇਹ 'ਤੇ ਕੱਪੜਾ ਹੈ। ਸੋ ਦੋਸਤੋ ਇਹ ਛੋਟੀਆਂ ਛੋਟੀਆਂ ਵਿਚਾਰਾਂ ਨੇ, ਬੜੀਆਂ ਗਹਿਰੀਆਂ ਨੇ। ਸੋ ਮੈਨੂੰ ਬਾਰ-ਬਾਰ ਫੋਨ ਕਰਨ ਦੀ ਲੋੜ ਨਹੀਂ, ਆਪ ਜੀ ਦੇ ਸਾਹਮਣੇ ਸੱਚਾਈ ਆ ਜਾਏਗੀ। ਆਪ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੇ ਭਗਤਾਂ ਦੀ ਬਾਣੀ ਹੈ, 35 ਭਗਤਾਂ ਦੀ ਬਾਣੀ ਹੈ, ਜਿਨ੍ਹਾਂ ਨੇ ਸੱਚ ਦਾ ਹੀ ਨਿਸਤਾਰਾ ਕੀਤਾ ਹੈ। ਤੋ ਇਸੀ ਕਰਕੇ ਗੁਰਾਂ ਨੇ ਵੀ ਕਿਹਾ, ਜਿਹੜੇ ਗੁਰੂ ਆਏ ਸੀ ਜਿਨ੍ਹਾਂ ਨੂੰ ਆਪਾਂ ਗੁਰੂ ਮੰਨਦੇ ਹਾਂ, ਉਹਨਾਂ ਨੇ ਆਪਣੇ ਆਪ ਨੂੰ ਗੁਰੂ ਤਾਂ ਨਹੀਂ ਕਹਾਇਆ, ਪਰ ਉਹਨਾਂ ਨੇ ਵੀ ਸਾਫ਼ ਕਿਹਾ ਕਿ ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮਿਲੇ। ਨਹੀਂ ਤਾਂ ਉਹ ਹੋਰ ਲਿਖ ਕੇ ਜਾਂਦੇ ਵੀ ਦੇ ਗੁਰੂ ਕੇ ਪਾਸ ਜਾਓ। ਦੇ ਗੁਰੂ ਦਾ ਖੰਡਨ ਕੀਤਾ ਹੈ। ਸਾਨੂੰ ਅੰਤਰ ਗੁਰੂ ਆਰਾਧਨਾ, ਜਿੱਬਾ ਜਪ ਗੁਰੂ, ਅੰਤਰ ਗੁਰੂ ਆਰਾਧਨਾ ਕਿਹਾ, ਅੰਤਰ ਕੇ ਅੰਦਰ ਗੁਰੂ ਦੀ ਆਰਾਧਨਾ ਕਿਹਾ। ਸੋ ਆਪਾਂ ਅੰਤਰ ਆਰਾਧਨਾ ਹੈ। ਇਸ ਕਰਕੇ ਸਾਨੂੰ ਬਾਣੀ ਦਾ ਸਮਝ ਇਸ ਕਰਕੇ ਨਹੀਂ ਆਉਂਦੀ, ਕਿਉਂਕਿ ਅਸੀਂ ਸਰੀਰ ਨੂੰ ਹੀ ਦੇਹ ਮੰਨਦੇ ਹਾਂ, ਦੇਹ ਨੂੰ ਹੀ ਸਰੀਰ ਮੰਨਦੇ ਹਾਂ, ਕਿਉਂਕਿ ਇਹ ਆਤਮਿਕ ਸਰੀਰ ਅਲੱਗ ਹੈ, ਇਹ ਸਾਡਾ ਪੰਜ ਭੌਤਿਕ ਸਰੀਰ ਇਹ ਚੋਲਾ ਹੈ। ਨਮਸਕਾਰ ਦੋਸਤੋ।